ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ। ਸਵੇਰ ਦਾ ਸਮਾਂ ਅਸੀਂ ਸੈਰ ਕਰਨ ਆਏ ਸੀ ਦਾਣਾ ਮੰਡੀ ਦੇ ਵਿੱਚ, ਤਾਂ ਉੱਥੇ ਦੇਖਿਆ ਕਿ ਰਾਤ ਬਰਸਾਤ ਹੋਈ ਆ, ਮੀਂਹ ਪਿਆ। ਮੀਂਹ ਦੇ ਕਾਰਨ ਜਿਹੜਾ ਬਹੁਤ ਤੁਸੀਂ ਦੇਖਿਆ ਕਿ ਬੜੀਆਂ ਮੰਡੀਆਂ ਦੇ ਵਿੱਚ ਜਿਹੜਾ ਕਣਕ ਪਈ ਹੈ ਉਹਦੇ ਲਈ ਪ੍ਰੋਪਰ ਸ਼ੈੱਡ ਨਹੀਂ ਹੈ, ਤੇ ਕਿਸਾਨਾਂ ਦੇ ਜੇ ਮੀਂਹ ਆਉਂਦਾ ਤਾਂ ਕਿਸਾਨਾਂ ਦੇ ਬੈਠਣ ਲਈ ਵੀ ਸ਼ੈੱਡ ਨਹੀਂ ਹੈ। ਤਾਂ ਤੁਸੀਂ ਤਸਵੀਰਾਂ ਦੇਖੋ ਕਿ ਆ ਕਿਸਾਨ ਹੈ, ਬੋਰਡ ਦਾ ਦਰਖਤ ਹੈ ਇੱਕ, ਇਹਦੇ ਥੱਲੇ ਦੇਖੋ, ਇਹਦੇ ਰਾਤ ਥੱਲੇ ਪੈ ਕੇ ਉੱਪਰ ਪੱਲੀਆਂ ਲੈ ਕੇ ਇੱਕ ਪਾਸੇ ਜਿਹੜਾ ਅੰਨਦਾਤਾ ਹੈ ਉਹ ਦਿੱਲੀ ਦੇ ਬਾਰਡਰਾਂ ਤੇ ਰੁਲ ਰਿਹਾ, ਤੇ ਦੂਜੇ ਪਾਸੇ 8-8 ਦਿਨ ਹੋ ਗਏ ਹੈ ਬਾਰਦਾਨੇ ਦੀ ਕਮੀ ਕਰਕੇ, ਕਈ ਹੋਰ ਘਾਟਾਂ ਕਰਕੇ ਜਿਹੜਾ ਹੈ ਦਾਣਾ ਮੰਡੀਆਂ ਦੇ ਵਿੱਚ ਰੁਲਣਾ ਪੈ ਰਿਹਾ। ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਰਡ ਦੇ ਥੱਲੇ ਪੈ ਕੇ ਜਿਹੜੀਆਂ ਰਾਤ। ਬਾਪੂ ਜੀ ਰਾਤ ਫਿਰ ਮੀਂਹ ਆਇਆ, ਕੋਈ ਪ੍ਰਬੰਧ ਨਹੀਂ ਸੀ? ਨਾ ਜੀ ਕੋਈ ਨਹੀਂ। ਅੱਛਾ, ਫਿਰ ਇੱਥੇ ਹੀ ਬਹਿ ਕੇ ਰਾਤ ਫਿਰ ਕੱਢੀ? ਕਿੰਨੇ ਦਿਨ ਹੋ ਗਏ ਬੈਠਿਆਂ ਨੂੰ ਮੰਡੀ 'ਚ? 10 ਦਿਨ ਹੋ ਗਏ ਜੀ। 10 ਦਿਨ ਹੋ ਗਏ। ਤੁਹਾਨੂੰ ਕਿੰਨੇ ਦਿਨ ਹੋ ਗਏ ਜੀ? 12ਵਾਂ ਦਿਨ ਹੈ, ਤੇ ਕੋਈ ਪ੍ਰਬੰਧ ਨਹੀਂ, ਕੋਈ ਕੁਛ। ਕਣਕ ਵੀ ਗਿੱਲੀ ਹੋਈ ਤੇ ਆਪ ਨੂੰ ਵੀ ਰਾਤ ਨੂੰ ਨਹੀਂ ਸੀ? ਰਾਤ ਬਹਿ ਕੇ ਰਾਤ ਕੱਟੀ ਉਵੇਂ ਕੱਟੀ ਹੈ। ਤਾਂ ਤੁਸੀਂ ਦੇਖੋ ਬਾਈ, ਤੁਹਾਨੂੰ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 11 ਦਿਨ ਹੋ ਗਏ। ਤੁਹਾਨੂੰ ਬਾਬਾ ਜੀ 8 ਦਿਨ ਹੋ ਗਏ, ਤੇ ਹਜੇ ਤੱਕ ਤੁਲੀ ਨਹੀਂ, ਪੱਖਾ ਵੀ ਨਹੀਂ ਲੱਗਿਆ। ਤੇ ਰਾਤ ਫਿਰ ਰਾਤ ਜਿਹੜੀ ਮੀਂਹ ਦੀ ਰਾਤ ਸੀ ਐਂ ਕੱਢੀ, ਰਬੈਣੀ ਹੇਠਾਂ ਕੱਟੀ ਹੈ। ਬੜਾ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਦਿੱਲੀ ਦੇ ਬਾਰਡਰਾਂ ਤੇ ਆਪਣੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਤੇ ਰੋਲਣਾ ਪੈ ਰਿਹਾ, ਤੇ ਦੂਜੇ ਪਾਸੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਰਾਤ ਮੀਂਹ ਪਿਆ, ਮੀਂਹ ਦੇ ਨਾਲ ਕਣਕ ਤਾਂ ਗਿੱਲੀ ਹੋਈ ਹੈ, ਤੇ ਕਣਕ ਲਈ ਤਾਂ ਪ੍ਰਬੰਧ ਸਰਕਾਰ ਨੇ ਕੀ ਕਰਨੇ ਸੀ। ਦੂਜੇ ਪਾਸੇ ਆ ਤੁਸੀਂ ਦੇਖੋ ਪੱਲੀਆਂ ਲੈ ਲੈ ਕੇ ਜਿਹੜਾ ਦੇਸ਼ ਦਾ ਅੰਨਦਾਤਾ ਜਿਹਨੂੰ ਸਾਡੀ ਸਰਕਾਰ ਕਹਿੰਦੀ ਆ। ਤਸਵੀਰਾਂ ਦੇਖੋ, ਬਿਲਕੁਲ ਕੋਈ ਛੱਤ ਨਹੀਂ ਹੈ, ਖੁੱਲੇ ਅਸਮਾਨ ਥੱਲੇ ਜਿਹੜਾ ਅਨਾਜ ਪਿਆ, ਜਿਹੜਾ ਸਾਰਾ ਸਾਲ ਪੂਰੇ ਦੇਸ਼ ਦਾ ਪੇਟ ਭਰਨਾ ਜਿਹਨੇ, ਉਹ ਖੁੱਲੇ ਅਸਮਾਨ ਥੱਲੇ ਪਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ। ਹਰ ਇੱਕ ਤਸਵੀਰ ਬੋਲਦੀ ਹੈ, ਦੁੱਖ ਬੋਲਦੀ ਹੈ ਮੂੰਹੋਂ। ਹਰ ਇੱਕ ਤਸਵੀਰ ਇਹ ਕਹਿੰਦੀ ਹੈ ਕਿ ਦੇਸ਼ ਦਾ ਅੰਨਦਾਤਾ ਜਿਹਨੇ ਦੇਸ਼ ਦਾ ਪੇਟ ਭਰਨ ਦੇ ਲਈ ਹਰ ਕੁਰਬਾਨੀ ਕਰ ਰਿਹਾ। ਇੱਕ ਪਾਸੇ ਉਹ ਕਾਲੇ ਕਾਨੂੰਨਾਂ ਪ੍ਰਾਈਵੇਟਾਈਜੇਸ਼ਨ ਦੀ ਲੜਾਈ ਲੜ ਰਿਹਾ, ਦੂਜੇ ਪਾਸੇ ਉਹਨੂੰ ਇੱਕ ਹੋਰ ਮਾਰ ਸਹਿਣੀ ਪੈ ਰਹੀ ਆ। ਆਹ ਤਸਵੀਰ ਦੇਖੋ, ਬਜ਼ੁਰਗ ਬੈਠੇ ਆ। ਆਹ ਤਸਵੀਰ ਤੁਹਾਨੂੰ ਦਿਖਾਉਣੇ ਆ। ਐਂ ਬਹਿਣਾ ਪੈਂਦਾ। ਆਹ ਹਾਲ ਆ ਸਾਡੀਆਂ ਦਾਣਾ ਮੰਡੀਆਂ ਦਾ। ਸਾਡੀ ਸਰਕਾਰਾਂ, ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹੈ। ਰਾਤ ਫਿਰ ਤਰਪਾਲ ਥੱਲੇ ਬਹਿ ਗੱਡੀ ਜੀ, ਨਹੀਂ ਸੀ ਪ੍ਰਬੰਧ ਕੋਈ। ਆਹ ਦੇਖੋ, ਆਹ ਹਾਲ ਹੈ। ਇਹ ਤਸਵੀਰਾਂ ਬਿਆਨ ਕਰਦੀਆਂ, ਇਹ ਤਸਵੀਰਾਂ ਬੋਲਦੀਆਂ ਕਿ ਜਿਹੜੀਆਂ ਦਾਅਵੇ ਕੀਤੇ ਜਾਂਦੇ ਆ, ਜਿਹੜੇ ਦਾਅਵੇ ਕੀਤੇ ਜਾਂਦੇ ਆ ਉਹ ਖੋਖਲੇ ਆ ਨਿਰੇ। ਆਹ ਤੁਸੀਂ ਦੇਖੋ ਕਿ ਹਾਲ ਕੱਲੀ ਤਸਵੀਰ ਦਿਖਾਵਾਂਗੇ ਤੁਹਾਨੂੰ। ਸਾਡਾ ਹਾਲ ਦੇਖੋ, ਰੋਜ਼ ਧਰਨੇ ਲਾਉਣੇ ਪੈਂਦੇ ਆ ਕਿ ਜੀ ਬਾਰਦਾਨਾ ਨਹੀਂ ਆ ਰਿਹਾ। 8-8, 10-10, 12-12 ਦਿਨ ਹੋ ਗਏ ਆ ਮੰਡੀਆਂ ਵਿੱਚ ਰੁਲ ਰਹੇ ਆ। ਮੀਂਹ ਪਿਆ ਰਾਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਖੁੱਲੇ ਅਸਮਾਨ ਥੱਲੇ ਆਹ ਬਜ਼ੁਰਗ ਪਏ ਆ। ਆਹ ਦੇਖੋ, ਉਵੇਂ ਮੀਂਹ ਦੇ ਵਿੱਚ ਰਾਤਾਂ ਕੱਟਣੀਆਂ ਵੇ। ਰਾਤ ਫਿਰ ਮੀਂਹ ਪਿਆ, ਐਂ ਕੱਟੀ ਰਾਤ ਜੀ, ਕੋਈ ਪ੍ਰਬੰਧ ਨਹੀਂ ਸੀ ਇੱਥੇ। ਫਿਰ ਬਿਸਤਰਾ ਭੇਜਿਆ ਪਿਆ ਹੈ ਜੀ। ਬੜਾ ਦੁੱਖ ਹੁੰਦਾ ਹੈ ਅਜਿਹਾ ਕੁਝ ਵੇਖ ਕੇ, ਅਜਿਹਾ ਹਾਲ ਦੇਖ ਕੇ ਬੜਾ ਦੁੱਖ ਹੁੰਦਾ। ਆਹ ਬਜ਼ੁਰਗ ਤੁਸੀਂ ਦੇਖੋ ਕਿ ਤਰਪਾਲ ਲੈ ਕੇ ਆਹ ਹਾਲ ਹੈ। ਘਰੇ ਵੀ ਜਿਹੜਾ ਹਰ ਇੱਕ ਬੰਦੇ ਦਾ ਜਿਹੜਾ, ਸਾਨੂੰ ਦੇਖੋ ਕਿਹੋ ਜਿਹੀ ਹਾਲਤ ਬਣ। ਬਾਪੂ ਜੀ ਕਿੰਨੇ ਸਾਲ ਦੀ ਉਮਰ ਹੈ? 50 ਸਾਲ ਦੀ ਜੀ। ਤੇ ਰਾਤ ਫਿਰ ਮੀਂਹ 'ਚ ਹੀ ਕੱਟੀ ਸਾਰੀ ਤਰਪਾਲਾਂ ਲੈ ਕੇ। ਕੀ ਕਹਿਣਾ ਚਾਹੋਗੇ? ਜਿਹੜਾ ਇੱਕ ਪਾਸੇ ਤਾਂ ਦਿੱਲੀ ਦੇ ਬਾਰਡਰਾਂ ਤੇ ਸਾਨੂੰ ਬਹਿਣਾ ਪੈ ਰਿਹਾ ਹੈ, ਖਰਾਬ ਕਰਦੇ ਆ। ਦਿੱਲੀ ਦੇ ਬਾਰਡਰਾਂ ਤੇ ਨਾ ਹੋਣ, ਠੀਕ ਹੈ, ਤੇ ਵੀ ਉੱਥੇ ਨਾ ਹੋਣ ਤੇ ਇੱਥੇ ਰੋਲ ਦਈਏ ਇਹਨਾਂ ਨੂੰ। ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ? 18 ਦੇ ਆਏ ਵੇ, ਅੱਜ 23 ਤਰੀਕ ਹੋ ਗਈ, ਲਗਭਗ 6 ਦਿਨ ਦੇ ਕਰੀਬ ਹੋ ਗਿਆ ਤੁਹਾਨੂੰ। ਅਜੇ ਕੋਈ ਉਮੀਦ ਨਹੀਂ। ਤੇ ਆਹ ਤੁਸੀਂ ਤਸਵੀਰ ਦੇਖੋ, ਮੂੰਹੋਂ ਬੋਲਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਅਸਲ ਸੱਚ ਸਾਡੇ ਇੱਥੇ ਮੰਤਰੀ ਕਹਿ ਦਿੰਦੇ ਆ ਜਦੋਂ ਕੋਈ ਸਵਾਲ ਕਰਦਾ ਹੈ ਕਿ ਅਸੀਂ ਤਾਂ ਜੀ ਬਾਰਦਾਨੇ ਦੀ ਕਮੀ ਨਹੀਂ ਰਹਿਣ ਦੇਣੀ, ਅਸੀਂ ਫਲਾਨੀ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ, ਤਾਂ ਆਹ ਕਮੀਆਂ ਹੀ ਤੁਸੀਂ ਦੇਖੋ ਕਿ ਕਮੀਆਂ ਹੀ ਕਮੀਆਂ, ਊਣਤਾਈਆਂ ਸਾਰੀ ਮੰਡੀ ਦੇ ਵਿੱਚ। ਇੱਥੇ ਕੋਈ ਵੀ ਸ਼ੈੱਡ ਨਹੀਂ ਹੈ। ਰਾਤ ਮੀਂਹ ਪਿਆ ਤਾਂ ਬਿਨਾਂ ਛੱਤ ਤੋਂ
ਉੱਪਰ ਸਾਰਾ ਮੀਂਹ ਚੱਲਿਆ, ਫਸਲ ਵੀ ਗਿੱਲੀ ਹੋਈ ਤੇ ਖੁਦ ਵੀ। ਅਜਿਹੇ ਹਾਲਾਤਾਂ ਦੇ ਵਿੱਚ ਜੇ ਕਿਸੇ ਸੰਤਰੀ ਮੰਤਰੀ ਨੂੰ ਰਹਿਣਾ ਪਵੇ ਤਾਂ ਉਹ ਹਾਲਾਤ ਪਤਾ ਲੱਗਣ ਕਿ ਅਸਲ ਜਿਹੜਾ ਕਿਸਾਨ ਹੈ ਉਹਦੀ ਜ਼ਿੰਦਗੀ ਕੀ ਹੈ। ਪਹਿਲਾਂ ਜਿਹੜੀ ਫਸਲ ਹੈ ਉਹਨੂੰ ਬੀਜਣ ਤੋਂ ਲੈ ਕੇ ਪਾਲਣ ਤੱਕ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ, ਰਾਤਾਂ ਠੰਡ ਦੀਆਂ ਹੋਣ ਚਾਹੇ ਗਰਮੀ ਦੀਆਂ ਉਹ ਗੁਜ਼ਾਰਦਾ, ਤੇ ਉਸ ਤੋਂ ਬਾਅਦ ਵੇਚਣ ਲਈ ਰੁਲਣਾ ਪੈਂਦਾ। ਤੇ ਹੁਣ ਤਾਂ ਤੀਜਾ ਰੁਲਣਾ ਪੈਂਦਾ ਉਹਨੂੰ ਆਪਣੀ ਜਿਹੜੀ ਫਸਲ ਦੀ ਜਿਹੜੀ ਸਰਕਾਰ ਤੋਲ ਨਹੀਂ ਰਹੀ, ਉਧਰ ਕਾਲੇ ਕਾਨੂੰਨਾਂ ਦੀ ਬਾਬਤ ਉਹਨੂੰ ਲਗਾਤਾਰ ਜਿਹੜਾ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਤਸਵੀਰਾਂ ਤੁਹਾਨੂੰ ਸਾਰੀਆਂ ਹੀ ਦਿਖਾਉਣੇ ਆ। ਇੱਥੇ ਤੁਸੀਂ ਤਸਵੀਰਾਂ ਦੇਖੋ, ਇੱਕ ਬਜ਼ੁਰਗ ਪਏ ਆ, ਰਾਤ ਇਹਨਾਂ ਨੇ ਵੀ ਬਾਹਰ ਹੀ ਗੁਜ਼ਾਰੀ ਹੈ। ਆਹ ਦੇਖੋ, ਮੀਂਹ ਦੇ ਮੌਸਮ ਦੇ ਬਾਵਜੂਦ ਤੁਸੀਂ ਹਾਲ ਦੇਖੋ ਕਿ ਅਜਿਹੇ ਹਾਲਾਤਾਂ ਦੇ ਵਿੱਚ ਆਹ ਪਿਆ ਦੇਸ਼ ਦਾ ਅੰਨਦਾਤਾ। ਸਮਾਨ ਵੀ ਤੁਹਾਨੂੰ ਦਿਖਾ ਦਿੰਦੇ ਆ, ਕੋਈ ਇਹ ਨਹੀਂ ਗੱਲ ਸਵੇਰੇ ਮੀਂਹ ਪੈ ਕੇ ਹਟਿਆ, ਸਵੇਰੇ ਮੀਂਹ ਪੈ ਕੇ ਹਟਿਆ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਣਕ ਦੇਖ ਲਓ, ਆਹ ਭਿੱਜੀ ਕਣਕ ਭਿੱਜੀ ਪਈ ਹੈ, ਬਿਲਕੁਲ ਕਣਕ ਗਿੱਲੀ ਹੋਈ ਵੀ। ਪਰ ਕਣਕ ਦੇ ਨਾਲ ਨਾਲ ਫਸਲ ਤਾਂ ਚਲੋ ਰੋਲਣੀ ਹੈ, ਕਿਸਾਨ ਨੂੰ ਖੁਦ ਵੀ ਰੋਲਣਾ ਪੈ ਰਿਹਾ। ਕਿਸਾਨ ਦਾ ਖੁਦ ਦਾ ਹਾਲ ਵੀ ਜਿਹੜਾ ਕਿ ਬੁਰਾ ਹੋ ਚੁੱਕਿਆ। ਅਸੀਂ ਤੁਹਾਨੂੰ ਇੱਕ ਹੋਰ ਬਜ਼ੁਰਗ ਤੇ ਦਿਖਾਉਣੇ ਆ ਕਿ ਉਹ ਬਜ਼ੁਰਗ ਵੀ ਵਿਚਾਰਾ ਕਾਫੀ ਉਮਰ ਲੱਗਦੀ ਆ ਉਹਨਾਂ ਦੀ ਵੀ, ਉਹਨਾਂ ਨੂੰ ਵੀ ਰਾਤ ਆ ਜਿਹੜੀ ਉਹ ਇਸ ਮੌਸਮ ਦੇ ਵਿੱਚ ਹੀ ਗੁਜ਼ਾਰਨੀ ਪਈ ਹੈ। ਅਸੀਂ ਆਹ ਦਿਖਾਉਣੇ ਆ, ਆਹ ਬਾਪੂ ਜੀ ਬੈਠੇ ਆ, ਰਾਤ ਇਹਨਾਂ ਨੂੰ ਵਿਚਾਰਿਆਂ ਨੂੰ ਬਾਹਰ ਹੀ ਗੁਜ਼ਾਰਨੀ ਪਈ ਹੈ। ਬਾਪੂ ਜੀ ਕਿੰਨੀ ਉਮਰ ਹੈ? 70 ਸਾਲ। ਰਾਤ ਫਿਰ ਮੀਂਹ 'ਚ ਹੀ ਗੁਜ਼ਾਰੀ? ਹੈ ਨਹੀਂ ਸੀ ਕੋਈ ਪ੍ਰਬੰਧ ਫਿਰ ਇੱਥੇ? ਤੇ ਫਿਰ ਬਰਸਾਤ ਉੱਤੇ ਹੀ ਚੱਲਣੀ ਪਈ ਸਾਰੀ। ਕਿੰਨੇ ਦਿਨ ਹੋ ਗਏ ਮੰਡੀ 'ਚ ਬੈਠਿਆਂ ਨੂੰ? 7 ਦਿਨ ਹੋ ਗਏ ਜੀ। ਤੇ ਹਜੇ ਤੱਕ ਤੁਲੀ ਨਹੀਂ? ਆਹ ਪਈ ਹੈ। ਮੀਂਹ ਵੀ ਪੈ ਰਿਹਾ, ਮੀਂਹ ਤੋਂ ਢੱਕਣ ਦਾ ਹੀ ਪ੍ਰਬੰਧ ਨਹੀਂ ਕੀਤਾ ਹੋਇਆ ਇਹਨੂੰ? ਢੱਕੀ ਹੁੰਦੀ ਜੇ। ਤੇ ਤੁਹਾਡੇ ਵਾਸਤੇ ਵੀ ਹੈ ਨਹੀਂ ਤੇ ਕਣਕ ਵਾਸਤੇ ਵੀ ਪ੍ਰਬੰਧ ਹੈ ਨਹੀਂ? ਕਿਸੇ ਵਾਸਤੇ ਵੀ ਹੈ ਨਹੀਂ। ਕੀ ਲੱਗਦਾ ਜਿਹੜੀ ਸਰਕਾਰ ਹੈ ਕੀ ਚਾਹੁੰਦੀ ਹੈ ਕਿਸਾਨਾਂ ਤੋਂ? ਵੇਖੋ ਜੀ ਕੀ ਕਰੀ ਜਾਂਦੀ ਹੈ। ਇੱਕ ਪਾਸੇ ਦਿੱਲੀ ਰੋਲਣਾ ਪੈਂਦਾ, ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਇੱਕ ਪਾਸੇ ਮੰਡੀਆਂ 'ਚ ਫਸਲ ਵੇਚਣ ਵਾਸਤੇ ਰੋਲਣਾ ਪੈਂਦਾ। 8 ਦਿਨ ਹੋ ਗਏ। ਤਾਂ ਤੁਸੀਂ ਦੇਖ ਰਹੇ ਹੋ ਕਿ ਇਹ ਬਜ਼ੁਰਗ ਵੀ ਕਹਿ ਰਹੇ ਆ ਕਿ 8 ਦਿਨ ਹੋ ਗਿਆ। ਤੁਸੀਂ ਮੰਡੀ ਦਾ ਤੁਹਾਨੂੰ ਹਾਲ ਦਿਖਾਉਣੇ ਆ ਕੱਲਾ। ਮੇਰੇ ਨਾਲ ਇੱਕ ਸਾਡੇ ਸ਼ਹਿਰ ਦੀ ਹੈ ਢੱਲਾ ਸਾਹਿਬ, ਤੁਸੀਂ ਹਾਲ ਦੇਖਿਆ, ਤੁਸੀਂ ਵਪਾਰੀ ਹੋ, ਕਿਵੇਂ ਲੱਗਿਆ ਤੁਹਾਨੂੰ ਸਾਰਾ? ਬਹੁਤ ਬੁਰਾ ਹਾਲ ਹੈ ਜੀ ਕਿਸਾਨ ਵੀਰਾਂ ਦਾ। 80 ਸਾਲ ਦੇ ਬਜ਼ੁਰਗ ਇੱਥੇ 10 ਦਿਨਾਂ ਤੋਂ ਰੁਲ ਰਹੇ ਆ ਜੀ। ਪਰ ਮੈਂ ਸਰਕਾਰ ਨੂੰ ਤੇ ਇੱਕ ਬੇਨਤੀ ਕਰੂੰਗਾ ਜੀ ਵੀ ਜਿਹੜੇ ਤੁਹਾਡੇ ਸੰਤਰੀ ਮੰਤਰੀ ਆ, ਕਮ ਸੇ ਕਮ 1 ਸਾਲ ਲਈ ਇਹਨਾਂ ਨੂੰ ਕਹਿ ਦਿਓ ਵੀ ਤੁਸੀਂ ਸਿੰਪਲ ਜ਼ਿੰਦਗੀ ਜਿਉਂ ਲੈਣਾ। ਮੈਂ ਗਰੰਟੀ ਕਰਦਾ ਵੀ ਸਾਡੀ ਜੈਤੋ ਦੇ ਵਿੱਚ 1 ਸਾਲ ਕੋਈ ਮੰਤਰੀ ਕੀੜਾ ਨਾ ਮਾਰੇ ਜੀ। ਆਪਦਾ ਸਿੰਪਲ ਜੇ ਕੋਈ ਮੀਟਿੰਗ ਕਰਨੀ ਹੈ 2 ਵਾਰ ਕਰਾਣਾ ਕਰਕੇ ਤੇ ਵਾਪਸ ਚਲਾ ਜਾਵੇ। ਆ ਹੂਟਰ ਵਾਲੀਆਂ ਗੱਡੀਆਂ ਤੇ ਲਾਓ ਲਸ਼ਕਰ ਲੈ ਕੇ ਨਾ ਆਵੇ ਤਾਂ 1 ਸਾਲ ਦੀ ਉਹਦੀ ਬਚਤ ਦੇ ਵਿੱਚੋਂ ਸਾਡੀ ਮੰਡੀ ਛੱਡ ਪੈ ਸਕਦਾ ਵਧੀਆ। ਠੀਕ ਹੈ। ਇਹੀ ਬੇਨਤੀ ਕਰੂੰਗਾ ਜੀ ਵੀ ਉਧਰੋਂ ਦਫ਼ਤਰ ਸਰਕਾਰੀ ਦਫ਼ਤਰ ਬਣਨੇ ਆ ਜਾਂ ਕਿਸੇ ਅਫਸਰ ਦਾ ਦਫ਼ਤਰ ਬਣਨਾ ਜੀ, ਮੰਤਰੀ ਦਾ ਦਫ਼ਤਰ ਬਣਨਾ ਤਾਂ ਕਰੋੜਾਂ ਰੁਪਈਆ ਪਹਿਲੇ ਲਾਤਾ ਜਾਂਦਾ ਜੀ, ਜਦ ਕਿ ਇੱਕ ਬੰਦੇ ਨੇ ਬਹਿਣਾ ਹੁੰਦਾ ਉੱਥੇ। ਤੇ ਇੱਥੇ ਹਜ਼ਾਰਾਂ ਕਿਸਾਨਾਂ ਨੇ ਕਰੋੜਾਂ ਦੀ ਫਸਲ ਸਾਡੇ ਲੋਕਾਂ ਦੇ ਲਈ ਜਿਹੜੇ ਅੰਨਦਾਤਾ ਸਾਡਾ ਬਿਲਕੁਲ ਠੰਡਾਂ 'ਚ ਮਰੀ ਜਾਂਦਾ ਜੀ, ਮੀਂਹਾਂ ਦੀ ਬਰਸਾਤਾਂ ਜਿਵੇਂ ਪਿਆ ਵਿਚਾਰਾ। ਬਿਲਕੁਲ ਬਹੁਤ ਗਲਤ ਆ ਸਰਕਾਰ ਦੀ। ਕੋਈ ਤੁਸੀਂ ਦੇਖਿਆ ਕਿ ਤਰਪਾਲਾਂ 'ਚ 80 ਸਾਲ ਦੇ ਬਜ਼ੁਰਗ ਪਏ ਆ, ਕਹਿੰਦੇ 10 ਦਿਨ ਤੋਂ ਫਸਲ ਨਹੀਂ ਤੁਲੀ ਸਾਡੀ। ਬਿਲਕੁਲ ਜੀ ਬਿਲਕੁਲ। ਮੈਂ ਸੁਬਾਹ ਸੈਰ ਕਰਨ ਆਉਣਾ ਜੀ ਤੇ ਤਕਰੀਬਨ ਉਹੀ ਬਜ਼ੁਰਗ ਜਿਹੜੇ ਮੈਨੂੰ 10 ਦਿਨ ਪਹਿਲਾਂ ਬੈਠੇ ਤੇ ਵੇਖਿਆ ਜੀ ਮੈਂ, ਉਹੀ ਅੱਜ ਬੈਠੇ ਆ। ਇਹ ਲੱਗਦਾ ਵੀ ਫਿਰ ਕਿਸਾਨ ਤਾਂ ਬਣੂਗੀ ਜੀ। ਸਰਕਾਰਾਂ ਪ੍ਰਬੰਧ ਕੀ ਕਰ ਰਹੀਆਂ? ਕੁਛ ਨਹੀਂ ਕਰ ਰਹੀਆਂ ਜੀ ਸਰਕਾਰਾਂ। ਇਕੱਲੀਆਂ ਫਾਰਮੈਲਿਟੀਆਂ, ਸਿਰਫ ਆਪਦੇ ਲੋਕ ਮੰਤਰੀ ਸ਼ੰਤਰੀ ਆ ਉਹਨਾਂ ਦੀਆਂ ਤਰੱਕੀਆਂ ਹੋ ਰਹੀਆਂ। ਕਿਸਾਨ ਦਾ ਕੋਈ ਹਾਲ ਨਹੀਂ ਜੀ, ਬਿਲਕੁਲ ਬੁਰਾ ਹਾਲ ਆ। ਦਿੱਲੀ ਦੇ ਬਾਰਡਰਾਂ ਤੇ ਵੀ ਬੁਰਾ ਹਾਲ ਆ ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਬੁਰਾ ਹਾਲ ਆ ਕਿਸਾਨਾਂ ਦਾ। ਤੇ ਜਿਹੜਾ ਇਹ ਪਿਛਲੇ ਦਿਨ ਹੀ ਮੰਤਰੀ ਆਏ ਆ, ਜੈਤੋ ਹੀ ਆਏ ਆ, ਉਹ ਕਹਿੰਦੇ ਜੀ ਬਾਰਦਾਨੇ ਦੀ ਕੋਈ ਕਮੀ ਨਹੀਂ, ਮੰਡੀਆਂ 'ਚ ਕੋਈ ਘਾਟ ਨਹੀਂ। ਫਿਰ ਆਹ ਤਸਵੀਰ ਕੀ ਹੈ? ਉਹ ਮਨਿੰਦਰ ਜੀ ਜਦੋਂ ਉਹਨਾਂ ਨੇ ਮੰਡੀ 'ਚ ਵੜਨਾ ਹੀ ਨਹੀਂ। ਮੈਂ ਘਰੇ ਪਏ ਨੇ ਹੁਕਮ ਹੀ ਸੁਣਾਉਣਾ ਵੀ ਬੜਾ ਕੁਛ ਆ ਜੀ ਸਾਡੇ ਦੇਸ਼ 'ਚ, ਸਾਡੇ ਪੰਜਾਬ 'ਚ, ਸਾਡੀਆਂ ਮੰਡੀਆਂ 'ਚ। ਕੀ ਮੰਤਰੀ ਸਾਹਿਬ ਨੂੰ ਪੁੱਛੋ, ਆਓ ਮੈਂ ਭਾਰਤ ਭੂਸ਼ਣ ਆਸ਼ੂ ਮੰਤਰੀ ਜੀ ਨੂੰ ਕਹਿਣਾ ਕਿ ਤੁਸੀਂ ਜੈਤੋ ਦੀ ਮੰਡੀ ਆਏ ਸੀ ਸਰ, ਤੁਸੀਂ ਜੈਤੋ ਮੰਡੀ ਦੇ ਵਿੱਚ ਗੇੜਾ ਮਾਰੋ, ਇਹਨਾਂ ਕਿਸਾਨਾਂ ਦੇ ਹਾਲ ਦੇਖੋ। ਉਹ ਦੇਖੋ ਜੀ, ਉਹ ਤਰਪਾਲਾਂ ਲੈ ਪਏ ਜੀ ਰਾਤ ਦੇ। ਕੱਲੀਆਂ ਬਿਆਨਬਾਜ਼ੀ ਨਾਲ ਨਹੀਂ, ਕੈਪਟਨ ਸਾਹਿਬ ਤੁਸੀਂ ਲੋਕਾਂ ਬਾਰੇ ਵੀ ਸੋਚੋ ਜੀ ਕੁਛ। ਕਹਿੰਦਾ ਰਾਤ ਫਿਰ ਮੀਂਹ 'ਚ ਆਈ ਕੱਟੀ ਸਾਰੀ ਜੀ। ਹੈਂ, ਕੋਈ ਪ੍ਰਬੰਧ ਨਹੀਂ ਕਰ ਰਹੇ ਇੱਥੇ, ਤਰਪਾਲਾਂ ਲੈ ਕੱਟਣੇ ਪਏ। ਭੱਜ ਗਿਆ, ਫੇਰ ਲੈ ਲਿਆ ਉੱਤੇ। ਝਖੇੜਾ ਵਗੀ ਗਿਆ ਸਾਰੀ ਰਾਤ। ਕੀ ਲੱਗਦਾ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਇੱਥੇ? 8 ਦਿਨ ਹੋ ਗਏ ਸਾਨੂੰ ਬੈਠੇ। 8 ਦਿਨ ਹੋ ਗਏ, ਕਣਕ ਨਹੀਂ ਤੁਲੀ? ਕੀ ਕਹਿੰਦੇ ਆ ਜਿਹੜੇ ਅਫਸਰ ਆ, ਮੰਤਰੀ ਸੰਤ? ਅੱਜ ਕਹਿ ਦੇਣਗੇ ਗਿੱਲੀ ਹੋ ਗਈ।
ਮਤਲਬ ਇੱਕ ਪਾਸੇ ਸਾਨੂੰ ਉੱਥੇ ਰੋਲਣਾ ਪੈਂਦਾ ਦਿੱਲੀ ਤੇ ਇੱਕ ਪਾਸੇ ਇੱਥੇ। ਹਾਂਜੀ ਹਾਂਜੀ ਇਹ ਤੁਹਾਡੇ ਹਿਸਾਬ ਨਾਲ ਇਹ ਕਾਹਤੋਂ ਕੀਤਾ ਜਾਂਦਾ ਹੈ? ਇੱਥੇ ਐਂ ਕਾਹਤੋਂ ਰੋਲਿਆ ਜਾ ਰਿਹਾ ਇਸ ਵਾਰ? ਸਾਨੂੰ ਰੋਲ ਰਹੀਆਂ ਜੀ ਸਰਕਾਰਾਂ ਜੀ ਬਸ ਹੈ ਕਿਸਾਨ ਨੂੰ ਸਾਨੂੰ ਰੋਲ ਰਹੀਆਂ ਰੋਲ ਰਹੀਆਂ। ਕੀ ਨੀਤੀ ਲੱਗਦੀ ਹੈ ਵੀ ਕਾਹਤੋਂ ਰੋਲ ਰਹੀਆਂ ਹੁਣ ਇਹ? ਇਹ ਬਸ ਐਂ ਰੋਲ ਰਹੀਆਂ ਨੇ ਰੋਲ ਕੇ ਹੀ ਮਾਰਦੀ ਹੈ ਦਿੱਲੀ ਆ ਅੰਦੋਲਨ ਖਤਮ ਹੋ ਜਾਊ ਨਹੀਂ ਸਾਡਾ ਅੰਦੋਲਨ ਖਤਮ ਹੁੰਦਾ ਅਸੀਂ ਇਹ ਹੁਣ ਕਰੋਨਾ ਦਾ ਵੀ ਕਹਿ ਰਹੇ ਆ ਕਿ ਕਰੋਨਾ ਵੱਧ ਗਿਆ ਜੀ। ਗੱਲਾਂ ਜੀ ਕੋਈ ਕਿੱਥੇ ਕਰੋਨਾ ਦੱਸੋ ਇਹ ਕਹਿੰਦੇ ਵੀ ਕਰੋਨਾ ਵੱਧ ਗਿਆ ਹੁਣ ਜਿਹੜੇ ਧਰਨੇ ਚੱਕ ਲੈਣੇ ਚਾਹੀਦੇ ਆ। ਨਹੀਂ ਚੱਕਦੇ ਜੀ ਅਸੀਂ ਨਹੀਂ ਚੱਕਦੇ ਹੁਣ ਇਸ ਤੋਂ ਬਾਅਦ ਦਿੱਲੀ ਜਾਓਗੇ ਫਿਰ ਹਾਂ ਤਿਆਰੀਆਂ ਪੂਰੀਆਂ ਫਸਲ ਨਿਬੇੜ ਕੇ? ਤੋਲ ਕੇ ਨਾਲ ਦੀ ਨਾਲ ਤੂੜੀਆਂ ਤਾੜੀਆਂ ਬਣਾ ਕੇ ਤੇ ਬੰਦੇ ਸਾਡੇ ਪਿੰਡੋਂ ਮੇਰਾ ਪਿੰਡ ਰਾਮੇ ਨੇ ਹਾਂਜੀ 20-25 ਬੰਦੇ ਗਏ ਵੀ ਮੇਰੇ ਪਿੰਡ ਪਰਸੋਂ ਠੀਕ ਹੈ ਤੋੜ ਤੇ ਉਹ ਜਾਣਗੇ ਉਹ ਗਏ ਤੁਸੀਂ ਉਦੋਂ ਬਾਅਦ ਜਾਓਗੇ। 40 ਬੰਦੇ ਲਾਏ ਸਾਡੇ ਪਿੰਡ ਨੂੰ ਹਾਂ 10 ਬੰਦੇ ਰਾਤ ਵੀ ਗਏ ਹੁਣ ਕਮਜ਼ੋਰ ਨਹੀਂ ਪੈਣ ਦਿੰਦੇ ਅੰਦੋਲਨ ਨੂੰ? ਜੀ ਨਾ ਤੋਂ ਕਮਜ਼ੋਰ ਕਿੱਥੇ ਪੈਂਦੇ ਨਹੀਂ ਮਰੇ ਬਣਾਏ ਹੋਏ ਇੱਕ ਪਾਸਾ ਆ ਸਰਕਾਰ ਅੱਜ ਰਾਤ ਜਿਹੜੀ ਐਂ ਕੱਟਣੀ ਪੈਂਦੀ ਆ ਮੀਂਹ ਪੈਂਦਾ ਸੀ ਵੇਖਿਆ ਕਿ ਮੌਸਮ ਜਿਹਾ ਹੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਜਾਂ ਕਣਕ ਤੋੜ ਲਓ ਸਾਡੀ ਹਾਂ ਨਹੀਂ ਫਿਰ ਅਸੀਂ ਤਾਂ ਪੰਜਾਬ ਸਰਕਾਰ ਤਾਂ ਕਹਿੰਦੀ 48 ਘੰਟਿਆਂ 'ਚ ਪੇਮੈਂਟ ਆ ਜਾਊਗੀ ਸਰਕਾਰ ਕਹਿੰਦੀ 8 ਸੀ। ਦਿਨ ਹੋ ਗਏ ਕਿਹਨੇ ਪੇਮੈਂਟ ਪਾਈ ਹੈ ਕਿੱਥੇ ਪਾਈ ਹੈ ਕਣਕ ਤੂੜੀ ਨਹੀਂ ਜਿਹੜੇ ਭਰਾਵਾਂ ਨੇ ਤੂੜੀ ਹੈ ਹਾਂ ਆਈ ਨਹੀਂ ਪੇਮੈਂਟ ਆਈ ਤੱਕ ਨੂੰ ਪੇਮੈਂਟ ਹੀ ਨਹੀਂ ਪਾਈ ਨਹੀਂ ਜੀ ਨਹੀਂ ਤੇ ਕਣਕ ਵੀ ਨਹੀਂ ਤੁਰ ਰਹੀ ਪੇਮੈਂਟ ਤਾਂ ਆਉਣੀ ਕੀ ਆ? ਹਾਂ ਹੁਣੀ ਕੀ ਹੈ ਰਾਤ ਫਿਰ ਤਰਪਾਲ ਉੱਡ ਜਾਂਦੀ ਸੀ ਤੇ ਫਿਰ ਲੈ ਲੈਂਦੇ। ਫੜ ਲੈਂਦੇ ਸੀਗੇ ਤੇ ਉਹ ਇੱਕ ਦਿਨ ਤਾਂ ਆਖਦੇ ਸੀਗੇ ਇੱਥੇ ਜਦੋਂ ਮੰਡੀ ਦਾ ਮਹੂਰਤ ਕੀਤਾ ਚਲਾਇਆ ਕਹਿੰਦੇ ਜੀ ਕਮੀ ਨਹੀਂ ਆਉਣ ਦੇਣੀ ਕਿਸਾਨਾਂ ਨੂੰ ਕੋਈ। ਆਹ ਦੇਖ ਲਓ ਜੀ ਕਮੀ ਤਰਪਾਲ ਫੜ ਲਿਆ ਤੇ ਬਸ ਅੱਗੇ ਉੱਡ ਗਿਆ ਸਾਰੀ ਰਾਤ ਦੋਨੇ ਜਿਹੜੇ ਭੱਜੇ ਫਿਰਦੇ ਆਹੀ ਭੱਜ ਕੇ ਉੱਡਣਾ ਪਿਆ। ਸਹੀ ਕਿਹੜਾ ਸਾਰੀ ਰਾਤ ਚੱਲ ਸਾਹਿਬ ਕੀ ਕਹਿਣਾ ਚਾਹੋਗੇ? ਕਹਿੰਦੇ ਵੀ ਸਾਰੀ ਰਾਤ ਸਾਡੀ ਤਰਪਾਲ ਉੱਡਦੀ ਰਹੀ ਸਾਰੀ ਰਾਤ ਤਰਪਾਲ ਫੜਦੇ ਰਹੇ। ਤੇ ਰਿਹਾ ਜੀ ਬੁਰੇ ਹਾਲ ਆ ਵਿਚਾਰਿਆਂ ਦੇ ਉਵੇਂ ਪਏ ਜੀ ਮੀਂਹ ਦੇ ਵਿੱਚ ਪਏ ਕੱਪੜੇ ਗਿੱਲੇ ਹੋਏ ਪਏ ਇਹਨਾਂ ਦੇ ਠੀਕ ਹੈ ਜੀ। ਮੰਤਰੀਆਂ ਦੇ ਅੰਦਰ ਦਫ਼ਤਰਾਂ 'ਚੋਂ ਬਿਆਨਬਾਜ਼ੀਆਂ ਹੋ ਰਹੀਆਂ ਵੀ ਬੜੀ ਬਾਰਦਾਨਾ ਵੀ ਬੜਾ ਆ ਗਿਆ ਜੀ ਫਸਲ ਲਾਲ ਦੇ ਨਾਲ ਤੁਲ ਰਹੀ ਆ। ਕੈਪਟਨ ਸਾਹਿਬ ਕਹਿ ਰਹੇ ਵੀ 48 ਘੰਟੇ ਪੇਮੈਂਟ ਹੋ ਰਹੀ ਆ। ਪੇਮੈਂਟ ਹੋ ਕਿਉਂ ਰਹੀ ਹੈ ਸਾਨੂੰ ਇਹ ਨਹੀਂ ਪਤਾ ਲੱਗਿਆ। ਜਿਨ੍ਹਾਂ ਨੂੰ ਹੋਣੀ ਸੀ ਉਹ ਤਾਂ ਬੈਠੇ ਜੀ ਜਿਨ੍ਹਾਂ ਦੀ ਫਸਲ ਵਿਕੀ ਹੋਈ ਜੀ ਉਹ ਵਿਚਾਰੇ ਉਹ ਬੈਠੇ ਘਰਾਂ 'ਚ ਧਰਨ ਭੁੱਖੇ ਮਰਦੇ ਆ। ਉਹ ਭੁੱਖੇ ਮਰਦੇ ਹਾਂਜੀ ਕੁਝ ਧਰਨਿਆਂ ਨੂੰ ਤੁਰੀ ਜਾਂਦੇ ਆ ਉਹਦੇ ਹਾਲਾਤਾਂ ਨਾਲ ਜੂਝਦੇ ਕਿਉਂਕਿ ਇੱਕ ਪਾਸੇ ਤਾਂ ਕੋਆਪਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਸਰਕਾਰਾਂ ਉਧਰ ਕਰ ਰਹੀਆਂ ਨੁਕਸਾਨ ਇਹ ਤੁਹਾਨੂੰ ਇਹ ਲੱਗਦਾ ਨਹੀਂ ਕਿ ਵੀ ਐਂ ਰੋਲ ਦਈਏ ਤੇ ਮੁੜ ਕੇ ਇਹ ਆਪੇ ਉਹਨਾਂ ਕੋਲੇ ਜਾ ਵੜਨ? ਇਹ ਤਾਂ ਚਾਹੁੰਦੇ ਆ ਜੀ ਵੀ ਇਹ ਚਾਹੁੰਦੇ ਜੀ 10-10 ਦਿਨ ਫਸਲ ਨਾ ਤੁਲੇ ਜੇ ਫਸਲ ਨਾ ਤੁਲੀ ਤਾਂ ਇਹਨਾਂ ਨੇ ਕੀ ਕਰਨਾ ਯਾਰ ਛੱਡ ਯਾਰ ਦਫਾ ਕਰ ਬਾਹਰ ਦਾ ਨੂੰ ਲਾਓ ਟਰਾਲੀ ਡਾਨੀਆਂ ਬਾਨੀਆਂ ਤੇ ਗਡਾਊਨ ਫਾਰਮ ਹਾਊਸਾਂ ਤੇ ਲਾਓ ਹਾਂ। ਉਹਨਾਂ ਨੂੰ ਦੇ ਦਿਓ ਜੀ ਉਹਨਾਂ ਨੂੰ ਦੇ ਦਿਓ ਜਾ ਕੇ ਵੀ ਇੱਕ ਹਿਸਾਬ ਨਾਲ ਉਧਰ ਤੋਰਨ ਵਾਲੀਆਂ ਗੱਲਾਂ ਇਹ ਤੁਸੀਂ ਕਹਿੰਦੇ। ਜਿਹਨਾਂ ਨੂੰ ਪਰੇਸ਼ਾਨੀ ਤਾਂ ਕੀਤਾ ਜਾ ਰਿਹਾ ਜੀ ਇਹ ਤੁਹਾਨੂੰ ਤੁਸੀਂ ਵਪਾਰੀ ਹੋ ਤੁਹਾਨੂੰ ਲੱਗਦਾ ਵੀ ਜਿਵੇਂ ਇਹ ਕਿਸਾਨ ਰੋਲਦਾ ਇਹਦੇ ਨਾਲ ਫਿਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਵਿੱਖ ਜਿਹੜਾ ਸ਼ਹਿਰ ਤੇ ਵੀ ਅਸਰ ਪਵੇਗਾ ਵਪਾਰ ਤੇ ਵੀ ਅਸਰ ਪਵੇਗਾ ਜੀ? ਭਾਰਤ ਦਾ ਸਭ ਤੁਸੀਂ ਇਹ ਦੇਖੋ ਮਨਿੰਦਰ ਜੀ ਜਿਹੜੀ ਪੰਜਾਬ ਦੀ ਸਾਡੀ ਅਰਥਵਿਵਸਥਾ ਉਹ ਚੱਲ ਹੀ ਕਿਸਾਨੀ ਨਾਲ ਰਹੀ ਆ। ਹਾਂ। ਜੇਕਰ ਫਸਲ ਵਧੀਆ ਹੋਊਗੀ ਤਾਂ ਅਸੀਂ ਲੋਕ ਸੁੱਖਾ ਮੰਨਦੇ ਵਪਾਰੀ ਲੋਕ ਸੁੱਖ ਮਨਾਉਂਦਾ ਜੀ ਵੀ ਫਸਲ ਵਧੀਆ ਹੋ ਜੇ ਤਾਂ ਕੋਈ ਕੰਮ ਕਰ ਵਧੀਆ ਚੱਲੂਗਾ। ਹਾਂਜੀ। ਜਦੋਂ ਜਿਨ੍ਹਾਂ ਨੇ ਵਧੀਆ ਚੱਲਣਾ ਉਹ ਤਾਂ ਮਰਨ ਦੇ ਕਗਾਰ ਤੇ ਆਏ ਪਏ ਜੀ ਤੇ ਸਾਡੇ ਰੁਜ਼ਗਾਰ ਤੇ ਸਾਡੇ ਬਿਜ਼ਨਸ ਕਿਵੇਂ ਚੱਲਣਗੇ? ਠੀਕ ਹੈ ਇੱਕ ਹੋਰ ਗਾ ਕਰੋਨਾ ਦਾ ਵੀ ਹੁਣ ਕਹਿ ਰਹੇ ਕਰੋਨਾ ਨਾਲ ਵੀ ਕਹਿ ਰਹੇ ਕਿ ਕਰੋਨਾ ਵੱਧ ਰਿਹਾ ਜੀ ਧਰਨੇ ਚੱਕ ਲੈਣ ਕਿਸਾਨ ਇਹ ਕਰ ਲੈਣ। ਤੇ ਬੰਗਾਲ 'ਚ ਕਰੋਨਾ ਦੀ ਖਬਰ ਕਿਉਂ ਨਹੀਂ ਆ ਰਹੀ ਕੋਈ? ਬੰਗਾਲ ਦੇ ਵਿੱਚ ਇਲੈਕਸ਼ਨ ਹੋ ਰਿਹਾ ਜੀ ਉੱਥੇ ਉੱਥੋਂ ਦਾ ਕੋਈ ਤੁਸੀਂ ਪੜ੍ਹੋ ਬਿੰਦਰ ਜੀ ਕੋਈ ਅਪਡੇਟ ਨਹੀਂ ਆਈ ਵੀ ਬੰਗਾਲ 'ਚ ਕਰੋਨਾ ਦੇ ਇੰਨੇ ਪੇਸ਼ੈਂਟ ਆ ਗਏ ਕਿਉਂਕਿ ਉੱਥੇ ਰਾਜਨੀਤਿਕ ਪਾਰਟੀਆਂ ਆਪਦੀਆਂ ਰੈਲੀਆਂ ਕਰ ਰਹੀਆਂ ਤੇ ਜੇ 10 ਕਿਸਾਨ ਇਕੱਠੇ ਹੋ ਕੇ ਬਹਿੰਦੇ ਤਾਂ ਕਰੋਨਾ ਜੀ ਕੋਈ 10 ਵਪਾਰੀ ਇਕੱਠੇ ਹੋ ਕੇ ਬਹਿੰਦੇ ਆਪਦੀ ਮਾਰਕੀਟ ਦੇ ਪ੍ਰਤੀ ਗੱਲ ਕਰਨੀ ਆ ਤਾਂ ਉੱਥੇ ਕਰੋਨਾ ਜੀ ਤੇ ਫਿਰ ਉਹਦੇ ਜਿੱਥੇ ਰਾਜਨੀਤਿਕ ਰੈਲੀਆਂ ਹੁੰਦੀਆਂ ਉੱਥੇ ਕਰੋਨਾ ਕਿਉਂ ਨਹੀਂ ਹੁੰਦਾ ਜੀ? ਮੰਨਦੇ ਆ ਬਿਮਾਰੀ ਹੋ ਸਕਦੀ ਆ ਪਰ ਸਾਰਿਆਂ ਲਈ ਹੈ ਜੀ ਇਕੱਲੇ ਕਿਸਾਨਾਂ ਤੇ ਆਮ ਜਨਤਾ ਲਈ ਨਹੀਂ ਮੰਤਰੀਆਂ ਸ਼ਾਂਤਰੀਆਂ ਲਈ ਕਿਉਂ ਨਹੀਂ ਕਰੋਨਾ ਫਿਰ? ਵੀ ਜਦੋਂ ਉਹਨਾਂ ਦੀ ਰੈਲੀ ਹੁੰਦੀ ਉਦੋਂ ਇਕੱਠ ਹੋ ਜਾਂਦਾ ਤੇ ਹਾਂ ਕੀ ਦਿਖਾਓ ਜੀ ਇੱਧਰ ਕੁਛ ਦਿਖਾਉਂਦੇ ਆ ਬਜ਼ੁਰਗ ਆ ਤੁਸੀਂ ਦੇਖੋ ਹਾਲ ਦੇਖੋ ਤੁਸੀਂ ਮੰਡੀ ਦੇ ਵਿੱਚ ਮੰਜਾ ਟੁੱਟਿਆ ਵਾ ਤੇ ਆ ਹਾਲ ਤੁਸੀਂ ਦੇਖੋ ਖੁਦ ਅੱਖੀਂ ਜਿਹੜਾ ਦੇਖਣ ਵਾਲਾ ਮੰਜ਼ਰ ਹੈ ਇਹ ਕਿਸਾਨਾਂ ਦਾ ਹਾਲ ਕੀ ਹੈ। ਆ ਪਿਆ ਜੀ ਤਰਪਾਲਾਂ ਥੱਲੇ ਜਿਵੇਂ ਕਣਕ ਤੋਂ ਤਰਪਾਲ ਲਾਉਣੇ ਅਸੀਂ ਸਮਾਨ ਤੋਂ ਤਰਪਾਲ ਲਾਉਣੇ ਤਾਂ ਇਹ ਆ ਹਾਲ ਸਾਡੀ ਮੰਡੀ ਦੇ ਵਿੱਚ ਸਾਡੇ ਕਿਸਾਨਾਂ ਦਾ ਰਾਤ ਫਿਰ ਤਰਪਾਲਾਂ ਥੱਲੇ ਪੈ ਕੱਟੀ ਜੀ ਸਾਹਮਣੇ ਤੇ ਕੋਈ ਵੀ ਕਿਸੇ ਵੀ ਕਿਸਮ ਦਾ ਪ੍ਰਬੰਧ ਨਹੀਂ ਕੀਤਾ ਗਿਆ ਨਾ ਫਸਲ ਲਈ ਤੇ ਨਾ ਕਿਸਾਨਾਂ ਲਈ। ਆ ਮੰਜਾ ਤੁਹਾਡਾ ਠੀਕ ਹੈ ਆ ਹਾਲ ਤੁਸੀਂ ਦੇਖ ਰਹੇ ਆ ਐ ਤਰਪਾਲਾਂ ਦਾ ਇਹ ਜਿਹੜਾ ਹਾਲ ਹੈ ਇਹ ਤੁਸੀਂ ਦੇਖ ਰਹੇ ਆ ਮੰਡੀ ਦਾ ਹਾਲ ਹੈ। ਕਿਸਾਨਾਂ ਨੂੰ ਬੜੀ ਜਿਹੜਾ ਰਾਤ ਹੈ ਉਹ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। 8-8 ਦਿਨ ਤੁਸੀਂ ਦੇਖਿਆ ਕਿ ਹਰ ਇੱਕ ਕਿਸਾਨ ਨੂੰ ਰੋਲਦੇ ਨੂੰ ਹੋ ਗਏ ਆ ਮੰਡੀ ਦੇ ਵਿੱਚ। ਤਾਂ ਇਹ ਤਸਵੀਰਾਂ ਬਿਆਨ ਕਰਦੀਆਂ ਤੁਸੀਂ ਦੇਖੋ ਕਿ ਪੁੱਤਾਂ ਵਾਂਗੂ ਪਾਲੀ ਜਿਹੜੀ ਫਸਲ ਹੈ ਉਹਨੂੰ ਆ ਪਾਣੀ ਦੇ ਵਿੱਚ ਆ ਤੁਸੀਂ ਪਾਣੀ ਦੇ ਦੇਖ ਰਹੇ ਹੋ ਆ ਖੜਾ ਕੋਲੇ ਤੇ ਕਣਕ ਗਿੱਲੀ ਹੋ ਗਈ ਆ। ਹੁਣ ਕਹਿੰਦੇ ਆ ਪਹਿਲਾਂ ਨਹੀਂ ਤੁਰ ਰਹੀ ਸੀ ਹੁਣ ਕਹਿੰਦੇ 8-8 ਦਿਨ ਹੋਰ ਲੰਘ ਜਾਣਗੇ ਵੀ ਮੋਇਸਚਰਾਈਜ਼ਰ ਘਟਾਓ ਜੀ ਇਹਦੇ 'ਚ ਨਮੀ ਜ਼ਿਆਦਾ ਆ ਗਈ ਆ। ਤੁਸੀਂ ਦੇਖੋ
ਪਾਣੀ ਖੜਾ, ਕੋਈ ਵੀ ਪ੍ਰਬੰਧ ਨਹੀਂ ਹੈ। ਆ ਪਾਣੀ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ, ਇਹ ਪਾਣੀ ਹੈ। ਇਹ ਸਾਰੀ ਕਣਕ ਜਿਹੜੀ ਹੈ ਗਿੱਲੀ ਹੋ ਚੁੱਕੀ ਹੈ ਇਸ ਵਕਤ। ਕੋਈ ਸ਼ੈੱਡ ਦਾ ਪ੍ਰਬੰਧ ਨਹੀਂ ਹੈ। ਜੇ ਮੰਡੀ ਦੇ ਵਿੱਚ ਅਸੀਂ ਕਹਿ ਲਈਏ ਕਿ 65% ਤੋਂ ਉੱਤੇ ਫਸਲ ਬਿਨਾਂ ਸ਼ੈੱਡ ਤੋਂ ਪਈ ਹੈ, ਤਾਂ ਤਸਵੀਰ ਕੱਲੀ ਤਸਵੀਰ ਬਿਆਨ ਕਰਦੀ ਹੈ, ਆਪਣੇ ਆਪ ਮੂੰਹੋਂ ਬੋਲਦੀ ਹੈ ਕਿ ਮੰਡੀ ਦਾ ਜਿਹੜਾ ਬੁਰਾ ਹਾਲ ਹੈ। ਆ ਤੁਸੀਂ ਦੇਖੋ ਕਿ ਕਿੰਨਾ ਪਾਣੀ ਖੜਾ ਹੈ ਆ ਗੱਟਿਆਂ ਦੇ ਥੱਲੇ। ਕੀ ਪ੍ਰਬੰਧ ਕੀਤਾ ਗਿਆ, ਜਦੋਂ ਕਿ ਪਹਿਲਾਂ ਤੋਂ ਹੀ ਪਤਾ ਸੀ ਕਿ ਜਿਹੜਾ ਮੌਸਮ ਵਿਭਾਗ ਕਹਿ ਰਿਹਾ ਸੀ ਕਿ ਮੀਂਹ ਆਵੇਗਾ, ਬਰਸਾਤ ਆਵੇਗੀ, ਤੇ ਜਿਹੜਾ ਇਹ ਪਹਿਲਾਂ ਚੇਤਾਵਨੀਆਂ ਦੇ ਦਿੱਤੀਆਂ ਗਈਆਂ ਸੀ, ਪਰ ਉਸ ਦੇ ਬਾਵਜੂਦ ਆ ਹਾਲ ਹੋਣਾ। ਤੇ ਇਹ ਜਿਹੜੇ ਕਿਸਾਨ ਆ ਉਹ ਇਹ ਵੀ ਕਹਿ ਰਹੇ ਆ ਨਾਲ ਕਿ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਇਹ, ਪਰ ਅਸੀਂ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ। ਅੰਦੋਲਨ ਇਸੇ ਤਰੀਕੇ ਨਾਲ ਹੀ ਸਾਡਾ ਚੱਲਦਾ ਰਹੇਗਾ। ਦਿੱਲੀ ਵਿਖੇ ਜਿਵੇਂ ਫਸਲ ਵੇਖਦੀ ਅਸੀਂ ਫਿਰ ਵਹੀਰਾਂ ਘੱਤ ਲਵਾਂਗੇ। ਤਾਂ ਆਹ ਤੁਸੀਂ ਦੇਖ ਰਹੇ ਹੋ ਕਿ ਫਸਲ ਲਈ ਪ੍ਰਬੰਧ ਕਰਨਾ ਤਾਂ ਦੂਰ ਦੀ ਗੱਲ ਹੈ, ਕਿਸਾਨਾਂ ਦੇ ਰਾਤ ਨੂੰ ਸੌਣ ਲਈ ਵੀ ਪ੍ਰਬੰਧ ਨਹੀਂ ਹੈ ਦਾਣਾ ਮੰਡੀ ਦੇ ਵਿੱਚ। ਹਰ ਇੱਕ ਦਾਣਾ ਮੰਡੀ ਦਾ ਇਹ ਹਾਲ ਹੈ, ਹਰ ਇੱਕ ਜਗ੍ਹਾ ਦਾ ਇਹ ਹਾਲ ਹੈ। ਜਿੱਥੇ ਅੰਨਦਾਤਾ ਬੈਠਾ ਉੱਥੇ ਉਹਦੇ ਨਾਲ ਲਗਾਤਾਰ ਹੈ ਜਿਹੜੀ ਉਹ ਧੱਕੇਸ਼ਾਹੀ ਹੋ ਰਹੀ ਹੈ, ਉਹਨੂੰ ਰੋਲਣ ਤੇ ਮਜਬੂਰ ਹੋਣਾ ਪੈ ਰਿਹਾ ਹੈ। 6 ਮਹੀਨੇ ਲੱਗ ਜਾਂਦੇ ਆ ਕਿ ਫਸਲ ਨੂੰ ਮੰਡੀ ਵਿੱਚ ਲੈ ਕੇ ਆਉਣ ਤੱਕ, ਤੇ ਫਿਰ ਉਹਨੂੰ ਜਿਹੜਾ ਇੱਕ ਸਿਉਣੇ ਵਰਗੀ ਆਪਣੀ ਫਸਲ ਨੂੰ ਆ ਦੇਖੋ ਕਰੋੜਾਂ ਰੁਪਈਆ, ਕੋਈ ਵੀ ਬੰਦਾ ਆਪਦਾ ਇੱਕ ਪੈਸਾ ਬਾਹਰ ਨਹੀਂ ਰੱਖਦਾ, ਤੇ ਆ ਕਰੋੜਾਂ ਰੁਪਈਆ ਵੇਖੋ ਖੁੱਲੇ ਅਸਮਾਨ ਥੱਲੇ ਰੱਖੀ ਬੈਠੇ ਆ। ਕਰੋੜਾਂ ਰੁਪਈਆ ਉਹਨਾਂ ਦਾ ਗਲ ਰਿਹਾ ਮੀਂਹ ਦੇ ਵਿੱਚ। ਕੋਈ ਇੱਕ ਕਿਸੇ ਵਪਾਰੀ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਆਪਦਾ 1000 ਰੁਪਈਆ ਬਾਹਰ ਰੱਖ ਦੇ ਤਾਂ ਰੱਖਿਆ ਨਹੀਂ ਜਾਂਦਾ, ਤੇ ਆਹ ਦੇਖੋ ਕਰੋੜਾਂ ਰੁਪਈਆ ਆਪਦਾ ਖੁੱਲੇ ਅਸਮਾਨ ਥੱਲੇ ਰੱਖੀ ਬੈਠੇ ਆ। ਤੇ ਫਿਰ ਵੀ ਇਹ ਦੁੱਖ ਜਰ ਰਹੇ ਆ, ਫਿਰ ਵੀ ਹਜੇ ਕਹਿ ਰਹੇ ਆ ਕਿ ਅਸੀਂ ਲੜਾਂਗੇ ਸਾਥੀ। ਪਾਸ਼ ਦੀਆਂ ਲੈਣਾ ਯਾਦ ਆ ਗਈਆਂ, ਉਹ ਕਿ ਅਸੀਂ ਲੜਦੇ ਹੀ ਰਹਿਣਾ, ਲੜਾਂਗੇ ਸਾਥੀ ਉਦਾਸ ਮੌਸਮ ਲਈ। ਇਹ ਲੜਨਗੇ, ਕਹਿੰਦੇ ਅਸੀਂ ਲੜਾਂਗੇ ਜ਼ਰੂਰ ਕੇਂਦਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਦੇ ਖਿਲਾਫ। ਤਾਂ ਤੁਸੀਂ ਤਸਵੀਰਾਂ ਦੇਖੀਆਂ ਕਿ ਬਹੁਤ ਗਿਣਤੀ ਦੇ ਵਿੱਚ ਜਿਹੜੀ ਫਸਲ ਹੈ, ਆਹ ਸ਼ੈੱਡ ਹੈ, ਇਹ ਤੁਹਾਨੂੰ ਦਿਖਾ ਦਈਏ। 3 ਸ਼ੈੱਡ ਇੱਧਰਲੇ ਪਾਸੇ ਰਹਿ ਜਾਂਦੇ ਆ, ਉਧਰ ਕੋਈ ਸ਼ੈੱਡ ਨਹੀਂ। ਇੱਧਰ ਵੀ ਬਹੁਤ ਜਿਹੜੀ ਵੱਡੀ ਗਿਣਤੀ ਵਿੱਚ ਫਸਲ ਹੈ ਉਹ ਸ਼ੈੱਡਾਂ ਤੋਂ ਬਾਹਰ ਪਈ ਹੈ। ਤਾਂ ਤਸਵੀਰਾਂ ਤੁਸੀਂ ਦੇਖੀਆਂ, ਇਹ ਜੈਤੋ ਦਾਣਾ ਮੰਡੀ ਦੀਆਂ ਸੀ, ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹ ਦਿਖਾਉਣ ਦਾ ਮਕਸਦ ਸੀ ਕਿ ਅਸਲ ਦੇਖਿਆ ਜਾਵੇ ਕਿ ਕਿਵੇਂ ਸਾਡਾ ਅੰਨਦਾਤਾ ਅਜਿਹੇ ਹਾਲਾਤਾਂ ਦੇ ਵਿੱਚ ਆਪਣੀਆਂ ਰਾਤਾਂ ਗੁਜ਼ਾਰ ਰਿਹਾ, ਅਜਿਹੇ ਹਾਲਾਤਾਂ ਦੇ ਵਿੱਚ ਔਖ ਸੌਖ ਕੱਟ ਰਿਹਾ। ਫਿਰ ਜਾ ਕੇ ਸਾਡੇ ਘਰ ਦੇ ਵਿੱਚ ਅਨਾਜ ਪਹੁੰਚਦਾ, ਫਿਰ ਅਸੀਂ ਜਾ ਕੇ ਰੋਟੀ ਖਾਂਦੇ ਹਾਂ ਜਦੋਂ ਇੰਨੇ ਸੰਤਾਪ ਚੱਲਦਾ ਉਹ। ਤਾਂ ਇੱਕ ਤਸਵੀਰ ਮੂੰਹੋਂ ਬੋਲਦੀ ਸੀ, ਇੱਕ ਤਸਵੀਰ ਕਹਿ ਰਹੀ ਸੀ ਕਿ ਜਿਹੜਾ ਕਿਸਾਨ ਹੈ ਉਹ ਜਿੱਥੇ ਦੇਸ਼ ਦਾ ਪੇਟ ਪਾਲਦਾ ਹੈ, ਜਿੱਥੇ ਦੇਸ਼ ਦੀ ਅਰਥ ਵਿਵਸਥਾ ਨੂੰ ਸਹੀ ਰੱਖਦਾ, ਉੱਥੇ ਉਹ ਖੁਦ ਕਿੰਨਾ ਪਰੇਸ਼ਾਨ ਹੋ ਕੇ ਇਸੇ ਕਾਰਨ ਹੀ ਕਈ ਵਾਰ ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦਾ, ਕਈ ਵਾਰ ਕੋਈ ਹੋਰ ਪਾਸੇ ਚੱਲ ਪੈਂਦਾ। ਪਰ ਇਸ ਵਕਤ ਉਹ ਕਹਿ ਰਿਹਾ ਕਿ ਅਸੀਂ ਸੰਘਰਸ਼ਾਂ ਦੇ ਰਾਹ 'ਤੇ ਹਾਂ, ਅਸੀਂ ਸੰਘਰਸ਼ਾਂ ਦੇ ਰਾਹ 'ਤੇ ਚੱਲੇ ਹੋਏ ਹਾਂ, ਤਾਂ ਅਸੀਂ ਸੰਘਰਸ਼ ਬਰਕਰਾਰ ਰੱਖਾਂਗੇ। ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਦਾਣਾ ਮੰਡੀ ਦੀਆਂ, ਇਹ ਦਿਖਾਉਣ ਦਾ ਮਕਸਦ ਹੈ ਕਿ ਸਰਕਾਰ ਤੱਕ ਪਹੁੰਚ ਜੇ ਕਿ ਕਿਸਾਨ ਲਈ ਪ੍ਰਬੰਧ ਕੀਤਾ ਜਾਣਾ ਚਾਹੀਦਾ ਪੁਖਤਾ, ਤਾਂ ਜੋ ਉਹਨੂੰ ਬਰਸਾਤ ਦੇ ਵਿੱਚ ਰੁਲਣਾ ਨਾ ਪਵੇ। ਰਾਤ ਨੂੰ ਤਰਪਾਲਾਂ ਲੈ ਕੇ, ਜਿਵੇਂ ਪਸ਼ੂਆਂ ਦੇ ਉੱਤੇ ਹੀ ਤਰਪਾਲ ਪਾ ਦਿੰਦੇ ਆ, ਤਾਂ ਜੇ ਇਹ ਤਰਪਾਲਾਂ ਲੈ ਕੇ ਉਹ ਖੁਦ ਸੌਂ ਰਿਹਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕਵਾਈ TV ਤੇ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਰਕਾਰ ਤੱਕ ਪਹੁੰਚ ਸਕੇ।